ਵਾਹਿਗੁਰੂ ਸਾਹਿਬ ਜੀ। ਤੁਮਰੀ ਸਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ। ਰਾਖੋ ਹੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਸਦਾ ਮਿਹਰਬਾਨ। ਕਾਹੇ ਡੋਲੈ ਪ੍ਰਾਣੀਆਂ, ਖੁਦ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਰਦਿਗਾਰ। ਜਿਨੇ ਉਪਾਈ ਮੇਦਨੀ, ਸੋਈ ਹਰ ਦਾ ਸਾਰ। ਸੁਕਾਓ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾ। ਹੋਵੈ ਸਿਫਤ ਖੁਸਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਏ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾ। ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਹਰ ਜਨ ਰਾਖੇ ਗੁਰ ਗੋਵਿੰਦ, ਕੰਠ ਲਾਏ ਅਵਗਨ ਸਭ ਮੇਟੇ। ਦਇਆਲ ਪੁਰਖ ਬਖਸ਼ੰਦ, ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ। ਦੋ ਜਹਾਨ ਵਾਲੀ, ਪਤਿਤ ਪਾਵਨ, ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ
ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਲੜੀਵਾਰ ਜੋ ਕਥਾ ਹੈ, ਸ਼ਬਦ ਦਰ ਸ਼ਬਦ ਸਰਵਣ ਕਰਕੇ ਮਿਲਿਆ ਹੋਇਆ ਹੈ ਮਨੁੱਖਾ ਜਨਮ। ਮਿਲੇ ਹੋਏ ਮਨੁੱਖਾ ਜਨਮ ਦੇ ਜਿਹੜੇ ਸਵਾਸ ਨੇ, ਇਹ ਸਮਾਂ ਜੋ ਹੈ ਇਸ ਨੂੰ ਸਫਲਾ ਬਣਾ ਰਹੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ ਇਹਨਾਂ ਨੂੰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਹੱਲਾ ਨਾਮ ਸਰੂਪ ਦਾ ਹੈ। ਕਿਹੜੇ ਸਰੂਪ ਵਿੱਚੋਂ ਬਾਣੀ ਆਈ ਹੈ ਉਹਦੇ ਅਗਲੇ ਪਾਸੇ ਮਹਾਰਾਜ ਜੀਆਂ ਨੇ ਅੰਕ ਲਿਖ ਦਿੱਤਾ ਹੈ। ਜਿਹੜਾ ਵੀ ਅੰਕ ਲਿਖਿਆ ਜਾਵੇ ਇਹ ਉਹ ਸਰੂਪ ਹੈ। ਜਿਵੇਂ ਪੰਜਵਾਂ ਅੰਕ ਲਿਖਿਆ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪੰਜਵੇਂ ਥਾਂ 'ਤੇ ਬੈਠੇ ਨੇ ਗੁਰਤਾ ਗੱਦੀ 'ਤੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਇਹ ਉਹਨਾਂ ਦਾ ਮੁੱਖ ਵਾਕ ਹੈ, ਇਹ ਉਹਨਾਂ ਦਾ ਸ਼ਬਦ ਹੈ। ਕਈ ਪੜ੍ਹਨ ਵਾਲੇ ਜਿਹੜੇ ਨੇ ਮਹੱਲਾ ਨੂੰ ਮਹਿਲਾ ਸ਼ਬਦ ਵੀ ਉਚਾਰ ਦਿੰਦੇ। ਉਹਨਾਂ ਦਾ ਕਥਨ ਇਹ ਹੈ, ਤਰਕ ਇਹ ਹੈ ਕਿ ਮਹਿਲਾ ਇਸਤਰੀ ਨੂੰ ਆਖਿਆ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇਹ ਬਚਨ ਕੀਤੇ ਨੇ, ਏਕਾ ਪੁਰਖ ਸਬਾਈ ਨਾਰ। ਵੀ ਪਰਮਾਤਮਾ ਇੱਕ ਪੁਰਖ ਸਰੂਪ ਹੈ, ਉਹਦੇ ਤੋਂ ਬਿਨਾਂ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਸਾਰੀ ਉਸ ਪਰਮਾਤਮਾ ਪ੍ਰਭੂ ਜੋ ਮਾਲਕ ਹੈ, ਉਹ ਪਤੀ ਹੈ, ਇਹ ਸਾਰੀ ਸ੍ਰਿਸ਼ਟੀ ਉਸ ਦੀ ਪਤਨੀ ਹੈ। ਇਸ ਵਿਚਾਰ ਨੂੰ ਲੈ ਕੇ ਕੁਝ ਸੰਗਤਾਂ ਮਹਿਲਾ ਜਿਹੜਾ ਹੈ ਇਹ ਸ਼ਬਦ ਨੂੰ ਪੜ੍ਹ ਦਿੰਦੀਆਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰਬਾਣੀ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਇਹ ਆਪ ਲਿਖਿਆ। ਇੱਕ ਵਾਰੀ ਅੰਕ ਵਿੱਚ ਲਿਖਿਆ, ਇੱਕ ਵਾਰੀ ਸ਼ਬਦ ਵਿੱਚ ਲਿਖਿਆ। ਜੇ ਸਤਿਗੁਰੂ ਜੀਆਂ ਨੇ ਮਹਿਲਾ ਉਚਾਰਨ ਵਾਸਤੇ ਕਹਿਣਾ ਹੁੰਦਾ ਤੇ ਮਹਿਲੇ ਦੇ ਨਾਲ ਫਿਰ ਮਹਾਰਾਜ ਇਹ ਬਚਨ ਲਿਖ ਦਿੰਦੇ, ਆਸਾ ਮਹੱਲਾ ਪਹਿਲੀ। ਕਿਉਂਕਿ ਇਸਤਰੀ ਲਿੰਗ ਹੈ ਨਾ, ਉਹਦੇ ਮੁਤਾਬਕ ਫਿਰ ਸ਼ਬਦ ਜੁੜਨਾ ਚਾਹੀਦਾ। ਪਰ ਮਹਾਰਾਜ ਨੇ ਪਹਿਲੀ ਨਹੀਂ ਲਿਖਿਆ, ਉੱਥੇ ਵੀ ਪਹਿਲਾ ਹੀ ਲਿਖਿਆ ਹੈ। ਸੋ ਇਹ ਸ਼ਬਦ ਤੋਂ ਅਸੀਂ ਵਿਚਾਰ ਸਮਝ ਲੈਣੀ ਹੈ। ਸਵਈਏ ਮਹੱਲੇ ਪੰਜਵੇਂ ਕੇ ਸ੍ਰੀ ਮੁਖ ਬਾਕ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਵੀ ਮਹਾਰਾਜ ਨੇ ਇਹ ਜਿਹੜੇ ਸ਼ਬਦ ਹਨ ਉਹ ਅੰਕਿਤ ਕੀਤੇ ਨੇ, ਲਿਖੇ ਹੋਏ ਨੇ। ਸੋ ਕਹਿਣ ਤੋਂ ਭਾਵ ਹੈ ਕਿ ਜੇ ਇਹ ਤਰਕ ਦੇਣੀ ਕਿ ਮਹਾਰਾਜ ਸਾਹਿਬ ਜੀਆਂ ਨੂੰ ਇਸਤਰੀ ਲਿਖਿਆ ਹੈ ਤੇ ਮਹਿਲਾ ਸ਼ਬਦ ਉਚਾਰੀਏ, ਤੇ ਸਤਿਗੁਰਾਂ ਨੇ ਆਪ ਗੁਰਬਾਣੀ ਵਿੱਚ ਮਹੱਲਾ ਲਿਖਿਆ, ਮਹੱਲੇ ਦੇ ਨਾਲ ਅੰਕ ਪਹਿਲਾ ਜਾਂ ਪੰਜਵਾਂ ਲਿਖਿਆ, ਪੰਜਵੀਂ ਜਾਂ ਪਹਿਲੀ ਨਹੀਂ ਲਿਖਿਆ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਦੇ ਵਿੱਚ, ਇਹਨਾਂ ਤਰਕਾਂ ਵਿੱਚ ਪੈ ਕੇ ਸੋ ਇਸ ਤਰ੍ਹਾਂ ਪਾਠ ਨਹੀਂ ਕਰਨਾ। ਬਹੁਤਾਤ ਸੰਗਤਾਂ ਸੁਣ ਸੁਣਾ ਕੇ ਇੱਕ ਦੂਜੇ ਤੋਂ ਇਸ ਤਰ੍ਹਾਂ ਸ਼ਬਦਾਂ ਨੂੰ ਉਚਾਰਨ ਕਰ ਦਿੰਦੀਆਂ ਕਿ ਬਹੁਤਾਤ ਲੋਕ ਮਹਿਲਾ ਕਹਿੰਦੇ, ਅਸੀਂ ਵੀ ਮਹਿਲਾ ਕਹਿ ਦਈਏ। ਸੋ ਇਸ ਕਰਕੇ ਇੱਥੇ ਸ਼ਬਦ ਮਹੱਲਾ ਹੈ। ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ ਤੇ ਸਰੂਪ ਹੈ ਗੁਰੂ ਅਰਜਨ ਦੇਵ ਜੀਆਂ ਦਾ। ਕਿਉਂਕਿ ਅੱਗੇ 5 ਅੰਕ ਮਹਾਰਾਜ ਨੇ ਪਾਇਆ। 5 ਅੰਕ ਤੋਂ ਭਾਵ ਪੰਜਵਾਂ ਸਰੀਰ, ਪੰਜਵੀਂ ਥਾਂ 'ਤੇ ਗੁਰਤਾ ਗੱਦੀ 'ਤੇ ਬੈਠਣ ਵਾਲੇ ਉਹ ਨੇ ਗੁਰੂ ਅਰਜਨ ਦੇਵ ਜੀ। ਇਸ ਕਰਕੇ ਇਸ ਗਲਤੀ ਨੂੰ ਕਰਨਾ ਨਹੀਂ ਹੈ, ਜਾਂ ਇਹਦੇ ਵਿੱਚ ਗੁੰਮਰਾਹ ਨਹੀਂ ਹੋਣਾ ਕਿ ਅਸੀਂ ਮਹੱਲਾ ਨੂੰ ਮਹਿਲਾ ਕਹਿ ਦਈਏ। ਮਹਾਰਾਜ ਨੇ ਤੇ ਫਿਰ ਸਾਰਿਆਂ ਨੂੰ ਹੀ ਇਸਤਰੀ ਲਿਖਿਆ, ਆਪਣੇ ਆਪ ਨੂੰ ਵੀ ਲਿਖਿਆ ਤੇ ਸਾਨੂੰ ਵੀ ਲਿਖਿਆ। ਤੇ ਫਿਰ ਆਪਾਂ ਵੀ ਸਾਰੇ ਜਾਣੇ ਆਪਣੇ ਨਾਮ ਦੇ ਪਿੱਛੋਂ ਸਿੰਘ ਕਟਾ ਕੇ ਕੌਰ ਲਵਾ ਲਈਏ, ਬੀਬੀ ਲਵਾ ਲਈਏ। ਸਾਨੂੰ ਵੀ ਤੇ ਉਹੋ ਜਿਹਾ ਬਣਨਾ ਚਾਹੀਦਾ ਨਾ। ਜੇ ਮਹਾਰਾਜ ਨੂੰ ਅਸੀਂ ਇਸਤਰੀ ਕਹਿ ਰਹੇ ਹਾਂ,
ਆਪ ਵੀ ਫਿਰ ਇਸਤਰੀ ਬਣ ਜਾਈਏ, ਆਪ ਕਿਉਂ ਨਹੀਂ ਬਣਦੇ? ਇਹ ਐਵੇਂ ਭੁਲੇਖਾ ਪਾਉਣ ਵਾਲੀ, ਭਰਮ ਪਾਉਣ ਵਾਲੀ ਗੱਲ ਹੈ। ਸੋ ਮਹਾਰਾਜ ਸਾਹਿਬ ਜੀ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਹੈ। ਮਹੱਲਾ ਤੋਂ ਭਾਵ ਸਰੂਪ ਹੁੰਦਾ ਹੈ। ਇਸ ਬਚਨ ਦਾ ਧਿਆਨ ਰੱਖਣਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਚਤਰ ਦਿਸ਼ਾ ਕੀਨੋ ਬਲ ਆਪਣਾ। ਸਤਿਗੁਰੂ ਫਰਮਾਉਂਦੇ, ਜੋ ਪਰਮਾਤਮਾ ਹੈ ਨਾ ਭਾਈ, ਉਹਨੇ ਚਾਰ ਦਿਸ਼ਾਵਾਂ ਦੇ ਵਿੱਚ ਆਪਣਾ ਪੂਰਾ ਪੂਰਾ ਬਲ ਰੱਖਿਆ ਹੋਇਆ, ਪੂਰੀ ਪੂਰੀ ਤਾਕਤ ਰੱਖੀ ਹੋਈ ਹੈ। ਇਹ ਨਹੀਂ ਵੀ ਉੱਤਰ ਦੀ ਦਿਸ਼ਾ ਵਿੱਚ ਉਹਦਾ ਬਲ ਜ਼ਿਆਦਾ ਹੈ, ਦੱਖਣ ਦੀ ਦਿਸ਼ਾ ਵਿੱਚ ਘੱਟ ਹੋਵੇਗਾ, ਅਤੇ ਇਸੇ ਤਰ੍ਹਾਂ ਪੂਰਬ ਵੱਲ ਜ਼ਿਆਦਾ, ਪੱਛਮ ਵੱਲ ਘੱਟ ਹੋਵੇਗਾ। ਨਹੀਂ, ਉਹਦਾ ਸਾਰਿਆਂ ਥਾਵਾਂ 'ਤੇ ਪੂਰਾ ਬਲ ਹੈ। ਉੱਤਰ ਚਲੇ ਜਾਓ, ਦੱਖਣ ਚਲੇ ਜਾਓ, ਪੂਰਬ ਤੇ ਭਾਵੇਂ ਪੱਛਮ ਚਲੇ ਜਾਓ, ਉਹ ਸਾਰੀਆਂ ਦਿਸ਼ਾਵਾਂ ਦੇ ਵਿੱਚ ਆਪਣਾ ਬਲ, ਆਪਣੀ ਤਾਕਤ ਰੱਖਦਾ ਹੈ। ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਵੀ ਜਿੱਥੇ ਉਹ ਨਾ ਹੋਵੇ। ਉਹ ਸਾਰਿਆਂ ਥਾਵਾਂ 'ਤੇ ਹੈ। ਬਚਨ ਆਪਾਂ ਪੜ੍ਹਦੇ ਹਾਂ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਧਰਤੀ ਦਾ ਭ੍ਰਮਣ ਕਰਦੇ ਹੋਏ ਮੱਕੇ ਕਾਬੇ ਪਹੁੰਚੇ, ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਉਪਦੇਸ਼ ਦਿੰਦੇ ਸਨ, ਨਵਾਂ ਹੀ ਕੌਤਕ ਕਰਦੇ, ਤਾਂ ਕਿ ਚੰਗੀ ਤਰ੍ਹਾਂ ਬਚਨ ਸਮਝ ਪੈ ਜਾਣ। ਜਿਸ ਵੇਲੇ ਮਹਾਰਾਜ ਨੇ ਆਰਾਮ ਕਰਨ ਵਾਸਤੇ ਥੋੜ੍ਹਾ ਜਿਹਾ ਧਰਤੀ 'ਤੇ ਲੰਮੇ ਪਏ, ਤੇ ਮਹਾਰਾਜ ਦੇ ਚਰਨ ਜਿਹੜੇ ਸਨ ਉਹ ਮੱਕੇ ਕਾਬੇ ਵੱਲ ਹੋ ਗਏ, ਤੇ ਕਹਿਣ ਲੱਗੇ, ਇੱਥੇ ਇੱਕ ਕਾਜੀ ਹੈ। ਉਸਨੇ ਵੇਖ ਲਿਆ, ਇਹ ਕੌਣ ਹੈ ਜਿਸ ਨੇ ਇਹ ਆਪਣੇ ਚਰਨ ਜਿਹੜੇ ਪੈਰ ਨੇ ਇਹ ਸਾਡੇ ਪਵਿੱਤਰ ਸਥਾਨ ਵੱਲ ਕੀਤੇ। ਉਸ ਵੇਲੇ ਕਹਿਣ ਲੱਗੇ ਵੀ ਇਹ ਕਾਜੀ ਜਿਹੜਾ ਨਾ ਬੜੇ ਗੁੱਸੇ ਦੇ ਵਿੱਚ ਆਇਆ, ਤੇ ਗੁੱਸੇ ਵਿੱਚ ਆ ਕੇ ਇਸਨੇ ਜਿੱਥੇ ਮਹਾਰਾਜ ਲੰਮੇ ਪਏ ਸਨ ਉਠਾਇਆ ਨਹੀਂ ਆ ਕੇ, ਸਗੋਂ ਲੱਤ ਮਾਰੀ ਮਹਾਰਾਜ ਦੇ ਆ ਕੇ, ਲੱਤਾਂ ਦੇ ਉੱਪਰ ਆ ਕੇ ਪੈਰ ਮਾਰਿਆ ਜ਼ੋਰ ਦੇ ਨਾਲ, ਗੁੱਸੇ ਦੇ ਨਾਲ। ਕਹਿਣ ਲੱਗਾ, ਕਿਹੜਾ ਕਾਫਰ ਹੈ ਜਿਸ ਨੇ ਭਗਵਾਨ ਦੇ, ਜਾਂ ਕਹਿ ਲਈਏ ਖੁਦਾ ਦੇ ਘਰ ਨੂੰ ਪੈਰ ਕੀਤੇ ਨੇ? ਕਿ ਖੁਦਾ ਦੇ ਘਰ ਨੂੰ ਪੈਰ ਕਰਕੇ ਕੌਣ ਪਿਆ ਹੋਇਆ? ਜਦੋਂ ਲੱਤ ਮਾਰੀ ਤੇ ਮਹਾਰਾਜ ਉੱਠ ਪਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਬਚਨ ਇਹ ਹੈ, ਲੱਤ ਕਿਉਂ ਮਾਰੀ ਹੈ? ਕਹਿਣ ਲੱਗਾ, ਜੀ ਤੁਸੀਂ ਖੁਦਾ ਦੇ ਘਰ ਵੱਲ ਪੈਰ ਕਰਕੇ ਪਏ, ਤੁਸੀਂ ਤੇ ਕਾਫਰ ਹੋ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਿਸ ਪਾਸੇ ਖੁਦਾ ਦਾ ਘਰ ਨਹੀਂ, ਫਿਰ ਸਾਡੇ ਪੈਰ ਉਧਰ ਨੂੰ ਕਰਦੇ। ਇਸ ਕਾਜੀ ਨੇ ਕਹਿਣ ਲੱਗੇ, ਮਹਾਰਾਜ ਦੇ ਚਰਨਾਂ ਤੋਂ ਫੜਿਆ, ਲੱਤ ਤੋਂ ਫੜਿਆ ਤੇ ਘੁਮਾਉਣ ਲੱਗਾ। ਜਿੱਧਰ ਨੂੰ ਵੀ ਘੁਮਾਉਂਦਾ ਹੈ, ਕੀ ਵੇਖਦਾ? ਮੱਕਾ ਉਸੇ ਪਾਸੇ ਹੀ ਹੈ। ਦੂਜੇ ਪਾਸੇ ਘੁਮਾਇਆ, ਘੁਮਾ ਕੇ ਵੇਖਿਆ ਮੱਕਾ ਉੱਥੇ ਆ ਗਿਆ। ਤੀਜੇ ਪਾਸੇ ਘੁਮਾਇਆ, ਚੌਥੇ ਪਾਸੇ ਘੁਮਾਇਆ। ਜਿੱਧਰ ਜਿੱਧਰ ਨੂੰ ਘੁਮਾਉਂਦਾ, ਘੁਮਾਉਣ ਤੋਂ ਬਾਅਦ ਵਿੱਚ ਵੇਖਦਾ ਮੱਕਾ ਉਸੇ ਪਾਸੇ ਹੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ, ਟੰਗੋਂ ਪਕੜ ਘਸੀਟਿਆ ਫਿਰਿਆ, ਮੱਕਾ ਕਲਾ ਦਿਖਾਈ। ਤੋ ਲੱਤ ਤੋਂ ਫੜ ਕੇ ਘਸੀਟਿਆ ਨਾ, ਇੱਧਰ ਉੱਧਰ ਨੂੰ ਖਿੱਚਿਆ, ਦਾਏਂ ਬਾਏਂ ਕੀਤਾ, ਤੇ ਨਾਲ ਹੀ ਮੱਕਾ ਉਸੇ ਤਰ੍ਹਾਂ ਘੁੰਮਦਾ ਪਿਆ। ਸਤਿ ਸ੍ਰੀ ਅਕਾਲ। ਮਹਾਰਾਜ ਜੀਆਂ ਨੇ ਜਾਰੀ ਕਲਾ ਜਿਹੜੀ ਹੈ ਨਾ ਉੱਥੇ ਵਿਖਾ ਕੇ ਇਹ ਬਚਨ ਸਮਝਾਇਆ ਵੀ ਤੂੰ ਆਖਦਾ ਵੀ ਖੁਦਾ ਦਾ ਘਰ ਤੇ ਕੇਵਲ ਇਸ ਪਾਸੇ ਹੈ, ਪਰ ਕਿਹੜਾ ਪਾਸਾ ਹੈ ਜਿੱਥੇ ਖੁਦਾ ਨਹੀਂ ਹੈ? ਜਿਹੜਾ ਪਾਸਾ ਨਹੀਂ ਹੈ ਜਿੱਥੇ ਪਰਮੇਸ਼ਰ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਸਾ ਕੋ ਸੀਸ ਨਵਾਇਓ। ਕੋਈ ਆਖਦਾ ਪਰਮਾਤਮਾ ਲਹਿੰਦੇ ਵੱਲ ਹੈ, ਇੱਧਰ ਖੁਦਾ ਦਾ ਘਰ ਹੈ। ਕੋਈ ਆਖਦਾ ਪਰਮਾਤਮਾ ਪੂਰਬ ਦੇ ਵੱਲ ਹੈ, ਇੱਧਰ ਨੂੰ ਨਮਸਕਾਰਾਂ ਕਰਦਾ। ਪੰਡਤ ਚੜ੍ਹਦੇ ਵੱਲ ਨੂੰ ਪਾਣੀ ਦਿੰਦਾ ਪਿਆ ਹੈ, ਮੁਸਲਮਾਨ ਲਹਿੰਦੇ ਵੱਲ ਨੂੰ ਸਜਦਾ ਕਰਦਾ, ਨਮਸਕਾਰਾਂ ਕਰਦਾ। ਪਰ ਅਸਲ ਵਿੱਚ ਗੁਰਮੁਖੋ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਗਿਆਨੀ ਕਿਹਾ ਜਾਂਦਾ ਵਿਚਾਰਵਾਨ ਨੂੰ। ਕਹਿਣ ਲੱਗੇ ਵਿਚਾਰਵਾਨ ਦੋਨਾਂ ਤੋਂ ਹੀ ਸਿਆਣਾ। ਕਿਉਂ ਸਿਆਣਾ? ਕਿਉਂਕਿ ਉਹ ਸਾਰੇ ਪਾਸੇ ਪਰਮੇਸ਼ਰ ਨੂੰ ਹੀ ਦੇਖਦਾ ਵੀ ਸਾਰਿਆਂ ਥਾਵਾਂ 'ਤੇ ਹੈ ਹੀ ਉਹ। ਇੱਥੇ ਬਚਨ ਮਹਾਰਾਜ ਕਹਿਣ ਲੱਗੇ ਵੀ ਇਹੋ ਜਿਹੀ ਜਗ੍ਹਾ ਗੁਰਮੁਖੋ ਕੋਈ ਨਹੀਂ ਹੈ ਵੀ ਜਿੱਥੇ ਉਹ ਪਰਮਾਤਮਾ ਨਾ ਹੋਵੇ। ਉਹ ਹੈ ਸਾਰਿਆਂ ਥਾਵਾਂ 'ਤੇ। ਪਰ ਬਚਨ ਇਹ ਹੈ ਕਿ ਉਸ ਪਰਮਾਤਮਾ ਨੂੰ ਸਾਰਿਆਂ ਥਾਵਾਂ 'ਤੇ ਵੇਖਣ ਵਾਸਤੇ ਬੰਦਗੀ ਦੀ ਲੋੜ ਹੈ। ਬੰਦਗੀ ਤੋਂ ਬਿਨਾਂ ਉਹ ਪਰਮਾਤਮਾ ਦਿਸਦਾ ਨਹੀਂ ਹੈ। ਇਸ ਕਰਕੇ
ਉਹਦੇ ਬਚਨਾਂ ਨੂੰ ਮੰਨਣਾ ਪਵੇਗਾ, ਉਹਦੀ ਬੰਦਗੀ ਨੂੰ ਕਰਨਾ ਪਵੇਗਾ। ਜਿੰਨਾ ਚਿਰ ਬੰਦਗੀ ਨਹੀਂ ਕਰਦਾ ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਇਸ ਕਰਕੇ ਉਹ ਸਾਰਿਆਂ ਥਾਵਾਂ 'ਤੇ ਹੈ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੇ। ਜਦੋਂ ਮਹਾਰਾਜ ਮੱਕੇ ਨੂੰ ਗਏ ਨਾ, ਜਾਣ ਬੁੱਝ ਕੇ ਨੀਲੇ ਬਸਤਰ ਮਹਾਰਾਜ ਨੇ ਪਾਏ, ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਜਿਹੜੇ ਉੱਚਦੇ ਪੀਰ ਨੇ ਐਸਾ ਬਸਤਰ ਧਾਰਨ ਕਰਕੇ ਹੱਜ ਵਗੈਰਾ ਕਰਦੇ, ਰੋਜ਼ੇ ਵਗੈਰਾ ਕਰਦੇ। ਤੇ ਸਤਿਗੁਰਾਂ ਨੇ ਵੀ ਉਹ ਬਸਤਰ ਧਾਰਨ ਕਰ ਲਏ। ਅਸਲ ਵਿੱਚ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਗਏ। ਆਸਾ ਹੱਥ ਕਿਤਾਬ ਕਸ਼, ਮਹਾਰਾਜ ਨੇ ਥੋੜ੍ਹਾ ਪਹਿਰਾਵਾ ਵੀ ਸਾਧੂਆਂ ਵਾਲਾ ਬਣਾ ਲਿਆ। ਹੱਥ ਵਿੱਚ ਸੋਟਾ ਫੜ ਲਿਆ ਤੇ ਕੱਛ ਦੇ ਵਿੱਚ ਇੱਕ ਕਿਤਾਬ ਲੈ ਲਈ ਮਹਾਰਾਜ, ਤਾਂ ਕਿ ਪਤਾ ਲੱਗੇ ਵੀ ਇਹ ਕੋਈ ਵਿਚਾਰਵਾਨ ਹੈ, ਇਹ ਗ੍ਰੰਥਾਂ ਦਾ ਗਿਆਨ ਰੱਖਦਾ ਹੈ। ਕੇਵਲ ਇਹ ਨਹੀਂ ਵੀ ਇਕੱਲਾ ਸਾਧੂ ਬਣ ਗਿਆ ਤੇ ਬਸ ਗ੍ਰੰਥਾਂ ਦਾ ਗਿਆਨ ਕੋਈ ਨਹੀਂ ਹੈ। ਪੂਜਾ ਬਾਗ ਮੁਸੱਲਾ ਧਾਰੀ, ਮੁਸੱਲਾ ਕਿਹਾ ਜਾਂਦਾ ਗੁਰਮੁਖੋ ਜਿਹਦੇ ਉੱਪਰ ਮੁਸਲਮਾਨ ਬੈਠ ਕੇ ਨਮਾਜ਼ ਪੜ੍ਹਦਾ। ਇੱਕ ਛੋਟੀ ਜਿਹੀ ਚਟਾਈ, ਛੋਟਾ ਜਿਹਾ ਕੱਪੜਾ ਜਿਹਦੇ ਉੱਪਰ ਬੈਠ ਕੇ ਨਮਾਜ਼ ਪੜ੍ਹੀ ਜਾਂਦੀ, ਉਹ ਵੀ ਕੋਲ ਹੈ। ਬੈਠਾ ਜਾਏ ਮਸੀਤ ਵਿੱਚ, ਤੇ ਜਾ ਕੇ ਫਿਰ ਮਸੀਤ ਦੇ ਵਿੱਚ, ਮੱਕੇ ਦੇ 4 ਚੁਫੇਰੇ ਮਸੀਤਾਂ ਬਣੀਆਂ ਨਾ ਨਮਾਜ਼ ਪੜ੍ਹਨ ਵਾਸਤੇ, ਉੱਥੇ ਜਾ ਕੇ ਬੈਠ ਗਏ। ਜਿੱਥੇ ਹਾਜੀ ਹੱਜ ਗੁਜ਼ਾਰੀ, ਹਾਜੀ ਜਾਂਦੇ ਸਨ ਵੱਖ-ਵੱਖ ਪ੍ਰਾਂਤਾਂ ਤੋਂ, ਦੇਸ਼ਾਂ ਤੋਂ ਜਾ ਕੇ। ਉੱਥੇ ਜਮਜਮਾ ਨਾਮ ਦਾ ਕੂਆਂ ਹੈ, ਉਹਦੇ ਕੂਏ ਦੇ ਪਾਣੀ ਦੇ ਨਾਲ ਆਪਣਾ ਵਰਤ ਖੋਲ੍ਹਦੇ, ਆਪਣਾ ਹੱਜ ਖੋਲ੍ਹਦੇ। ਇਹ ਉਹਨਾਂ ਦੀ ਧਾਰਮਿਕ ਪਰੰਪਰਾ ਹੈ। ਸੋ ਉਸ ਨੂੰ ਜਮਜਮਾ ਦਾ ਪਾਣੀ ਕਿਹਾ ਜਾਂਦਾ, ਕਰਾਮਾਤੀ ਪਾਣੀ। ਇਹਦੇ ਪਿੱਛੇ ਵੀ ਬੜਾ ਵੱਡਾ ਇਤਿਹਾਸ ਹੈ, ਉਹ ਕਿਤੇ ਆਪਾਂ ਫਿਰ ਸਰਵਣ ਕਰ ਲਵਾਂਗੇ। ਸੋ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ। ਰਾਤ ਪੈ ਗਈ, ਸਤਿਗੁਰੂ ਪਾਤਸ਼ਾਹ ਜੀ ਲੰਮੇ ਪੈ ਗਏ ਤੇ ਮਹਾਰਾਜ ਦੇ ਚਰਨ ਜਿਹੜੇ ਸਨ ਉਹ ਮੱਕੇ ਵੱਲ ਹੋ ਗਏ। ਇਹ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਆਪਣੀਆਂ ਵਾਰਾਂ ਦੇ ਵਿੱਚ ਵੀ ਇਹ ਸਭ ਕੁਝ ਉੱਥੇ ਹੋਇਆ। ਵੱਲ ਮਹਿਰਾਬੇ ਪਾਏ ਪਸਾਰੀ, ਪਾਏ ਤੋਂ ਭਾਵ ਪੈਰ, ਪੈਰ ਪਸਾਰ ਕੇ ਮੱਕੇ ਦੇ ਵੱਲ ਤੇ ਮਹਾਰਾਜ ਲੰਮੇ ਪੈ ਗਏ। ਥੱਕੇ ਹੋਏ ਸਨ ਸਫ਼ਰ ਦੇ, ਔਰ ਉਪਦੇਸ਼ ਵੀ ਦੇਣਾ ਚਾਹੁੰਦੇ। ਜੀਵਨ ਮਾਰੀ ਲੱਤ ਦੀ, ਜੀਵਨ ਨਾਮ ਦਾ ਉਹ ਕਾਜੀ ਸੀ, ਜਿਹਨੂੰ ਪਤਾ ਲੱਗਾ ਨਾ, ਕਿਸੇ ਨੇ ਜਾ ਕੇ ਦੱਸਿਆ ਵੀ ਕੋਈ ਪੀਰ ਆਇਆ ਬਾਹਰੋਂ, ਕੋਈ ਸਾਧੂ ਆਇਆ ਤੇ ਉਹਨੇ ਪੈਰ ਕਰ ਲਿਆ ਮੱਕੇ ਦੇ ਵੱਲ। ਇਹ ਜੀਵਨ ਕਾਜੀ ਕਹਿੰਦੇ ਵੀ ਹਿੰਦੁਸਤਾਨ ਦੀ ਧਰਤੀ ਦਾ ਰਹਿਣ ਵਾਲਾ ਸੀ ਤੇ ਉੱਥੇ ਰਹਿ ਕੇ ਇਸਨੇ ਵਿਦਿਆ ਪੜ੍ਹ ਕੇ ਤੇ ਉੱਥੋਂ ਦਾ ਕਾਜੀ ਲੱਗ ਗਿਆ, ਉੱਥੋਂ ਦਾ ਇਹ ਸੇਵਾਦਾਰ ਬਣ ਗਿਆ। ਜਦੋਂ ਇਹਨੂੰ ਜਾ ਕੇ ਦੱਸਿਆ ਨਾ ਕਿਸੇ ਨੇ ਘਰ ਦੇ ਵਿੱਚ ਵੀ ਇੱਕ ਫਕੀਰ ਆਇਆ ਤੇ ਉਸਨੇ ਮੱਕੇ ਵੱਲ ਲੱਤਾਂ ਕਰ ਲਈਆਂ। ਇਹ ਘਰੋਂ ਤਿਆਰ ਹੋ ਕੇ ਬੜੀ ਛੇਤੀ ਗਿਆ ਤੇ ਇਸਨੇ ਜਾ ਕੇ ਫਿਰ ਆ ਕੇ ਲੱਤ ਮਾਰੀ ਮਹਾਰਾਜ ਜਿੱਥੇ ਲੰਮੇ ਪਏ ਸਨ। ਜੀਵਨ ਮਾਰੀ ਲੱਤ ਦੀ, ਲੱਤ ਮਾਰੀ ਨਾ ਜਦੋਂ ਆ ਕੇ, ਨਾਲ ਹੀ ਆਖਿਆ ਕਿਹੜਾ ਸੁੱਤਾ ਕੁਫਰ ਕੁਫਾਰੀ। ਕਿਹੜਾ ਕਾਫਰ ਸੁੱਤਾ ਹੋਇਆ, ਕਿਹੜਾ ਝੂਠਾ ਸੁੱਤਾ ਹੋਇਆ, ਕਿਹੜਾ ਇਹੋ ਜਿਹਾ ਰੱਬ ਨੂੰ ਨਾ ਮੰਨਣ ਵਾਲਾ, ਰੱਬ ਦੇ ਡਰ ਨੂੰ ਨਾ ਮੰਨਣ ਵਾਲਾ, ਕਿਹੜਾ ਪਾਪੀ ਸੁੱਤਾ। ਨਾਲ ਇਹ ਬਚਨ ਕੀਤੇ। ਗੁੱਸੇ ਦੇ ਵਿੱਚ ਜੋ ਉਹਦੇ ਮੂੰਹ ਦੇ ਵਿੱਚ ਆਇਆ ਨੂੰ ਉਹਨੇ ਆਖਿਆ ਵੀ ਕਿਹੜਾ ਕਾਫਰ ਹੈ, ਕਿਹੜਾ ਝੂਠਾ ਜਿਹਨੇ ਖੁਦਾ ਦੇ ਘਰ ਵੱਲ ਮੂੰਹ ਕਰ ਲਿਆ, ਪੈਰ ਕਰ ਲਏ ਨੇ। ਤੇ ਜੀਵਨ ਇਹਦਾ ਨਾਮ ਹੈ। ਲੱਤਾਂ ਵੱਲ ਖੁਦਾਏ ਦੇ, ਮੇਰੇ ਖੁਦਾ ਦੇ ਘਰ ਵੱਲ ਲੱਤਾਂ ਕਰਕੇ ਪਿਆ ਹੋਇਆ। ਕਿਉਂ ਕਰ ਪਿਆ ਹੋਏ ਬਜਗਾਰੀ, ਕਿਉਂ ਤੂੰ ਇਸ ਤਰ੍ਹਾਂ ਬੇਫਿਕਰ ਹੋ ਕੇ ਪਿਆ ਹੋਇਆ, ਕਿਹੜਾ ਜਿਹੜਾ ਇਹੋ ਜਿਹਾ ਕੰਮ ਕਰਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਧਰ ਤੇਰੇ ਖੁਦਾ ਦਾ ਘਰ ਨਹੀਂ ਹੈ ਨਾ, ਤੂੰ ਸਾਡੇ ਪੈਰ ਉਧਰ ਨੂੰ ਕਰਦੇ। ਤੇ ਕਹਿਣ ਲੱਗੇ ਟੰਗੋਂ ਪਕੜ ਘਸੀਟਿਆ, ਲੱਤੋਂ ਫੜ ਕੇ ਫਿਰ ਖਿੱਚਿਆ ਉਸਨੇ। ਜਦੋਂ ਲੱਤੋਂ ਫੜ ਕੇ ਘੁਮਾਇਆ ਤੇ ਫਿਰਿਆ ਮੱਕਾ ਕਲਾ ਦਿਖਾਈ। ਮੱਕਾ ਫਿਰਿਆ। ਵਿਦਵਾਨ ਕਹਿੰਦੇ ਵੀ ਉਸ ਦਿਨ ਸ਼ਹਿਰ ਦੇ ਲੋਕਾਂ ਨੇ ਨਾ ਇਹੋ ਜਿਹਾ ਭਿਆਨਕ ਆਵਾਜ਼ ਸੁਣਿਆ, ਜਿਵੇਂ ਕੋਈ ਬਹੁਤ ਵੱਡਾ ਕੋਹਲੂ ਚੱਲਦਾ ਹੋਵੇ ਤੇ ਕੋਹਲੂ ਦੇ ਜਿਹੜੇ ਪੁੜ ਨੇ ਉਹ ਆਪਸ ਵਿੱਚ ਖਹਿੰਦੇ ਹੋਣ, ਜਾਂ ਜਿਵੇਂ ਕੋਈ ਵੱਡੀ ਚੱਕੀ ਚੱਲਦੀ ਹੋਵੇ ਤੇ ਚੱਕੀ ਦੇ ਪੁੜ ਆਪਸ ਵਿੱਚ ਇੱਕ ਦੂਜੇ ਨਾਲ ਖਹਿੰਦੇ ਹੋਣ। ਐਸੀ ਭਿਆਨਕ ਆਵਾਜ਼ ਆਈ ਹੈ ਜਿਵੇਂ ਧਰਤੀ ਔਰ ਆਕਾਸ਼ ਕਿਸੇ ਨੇ ਫੇਰ ਦਿੱਤਾ ਹੋਵੇ। ਬੜੀ ਗੜਗੜਾਹਟ ਦੀ ਆਵਾਜ਼ ਆਈ। ਲੋਕ ਸ਼ਹਿਰ ਦੇ ਡਰ ਗਏ, ਕੀ ਹੋਇਆ, ਐਸਾ ਭਿਆਨਕ ਆਵਾਜ਼ ਕਿਵੇਂ ਆਇਆ। ਇਹ ਤੇ ਬਾਅਦ ਵਿੱਚ ਪਤਾ ਲੱਗਾ ਵੀ ਇੱਕ ਸਾਧੂ ਦੇ ਚਰਨ ਫੜ ਕੇ ਘਸੀਟਿਆ ਜੀਵਨ ਕਾਜੀ ਨੇ ਤੇ ਮੱਕਾ ਫਿਰਿਆ।
ਮੱਕਾ ਫਿਰਨ ਕਰਕੇ ਐਸੀ ਭਿਆਨਕ ਆਵਾਜ਼ ਜਿਹੜੀ ਆ ਲੋਕਾਂ ਨੇ ਦੂਰ ਦੂਰ ਤੱਕ ਸੁਣਾਈ ਦਿੱਤੀ। ਕਹਿਣ ਲੱਗੇ ਫਿਰਿਆ ਮੱਕਾ ਕਲਾ ਦਿਖਾਈ ਹੋਏ ਹੈਰਾਨ ਕਰੇਨ ਜੁਹਾਰੀ। ਫਿਰ ਹੈਰਾਨ ਹੋ ਗਿਆ, ਕਹਿਣ ਲੱਗੇ ਭਾਈ ਇਹ ਤੇ ਖੁਦਾ ਤੋਂ ਵੀ ਕੋਈ ਵੱਡਾ ਹੀ ਆ ਗਿਆ, ਜਿਹਨੂੰ ਖੁਦਾ ਦਾ ਘਰ ਨਮਸਕਾਰਾਂ ਕਰਦਾ ਪਿਆ, ਇਹਦਾ ਮਤਲਬ ਇਹ ਹੋਇਆ ਵੀ ਇਹ ਉਹਦੇ ਨਾਲੋਂ ਵੀ ਵੱਡਾ ਹੀ ਹੈ। ਖੁਦਾ ਦਾ ਘਰ ਇਹਦੇ ਚਰਨਾਂ ਵਾਲੇ ਪਾਸੇ ਰਹਿਣਾ ਚਾਹੁੰਦਾ, ਤੇ ਆਪਾਂ ਤੁਸੀਂ ਕੌਣ ਆ ਵੀ ਇਸ ਗੱਲ ਨੂੰ ਮਿਟਣ ਵਾਲੇ, ਦੂਰ ਕਰਨ ਵਾਲੇ। ਜਾਣ ਲਿਆ ਮਹਾਰਾਜ ਤੁਸੀਂ ਵੱਡੇ ਹੋ, ਸਤਿਕਾਰਯੋਗ ਹੋ, ਸਾਡੇ ਕੋਲੋਂ ਗੁਨਾਹ ਹੋ ਗਿਆ, ਮਾਫ ਕਰ ਦਿਓ। ਫਿਰ ਨਮਸਕਾਰਾਂ ਕਰਦੇ, ਸਜਦੇ ਕਰਦੇ। ਤੇ ਫਿਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਆਪਣੀ ਕੋਈ ਨਿਸ਼ਾਨੀ ਦੇ ਕੇ ਜਾਓ, ਅਸੀਂ ਰੱਖ ਲਈਏ। ਤੇ ਮਹਾਰਾਜ ਦੇ ਚਰਨਾਂ ਦੀ ਖੜਾਂ ਲੈ ਕੇ ਨਾ, ਖੜਾਵਾਂ ਮਹਾਰਾਜ ਨੇ ਪਹਿਨੀਆਂ ਸਨ, ਤੇ ਇੱਕ ਖੜਾਂ ਜਿਹੜੀ ਉਹ ਲੈ ਕੇ ਇੱਥੇ ਰੱਖ ਲਈ। ਇਹ ਮਹਾਰਾਜ ਨਿਸ਼ਾਨੀ ਹੋਵੇਗੀ, ਇਹ ਯਾਦਗਾਰ ਹੋਵੇਗੀ, ਆਉਣ ਵਾਲੇ ਸਮੇਂ ਵਿੱਚ ਇਤਿਹਾਸ ਬਣ ਜਾਏਗਾ। ਇਸ ਤੋਂ ਬਾਅਦ ਵਿੱਚ ਮਹਾਰਾਜ ਜੀ ਅੱਗੇ ਚਲੇ ਗਏ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ। ਜਦੋਂ ਉੱਥੇ ਗਏ ਤੇ ਕਬਰ ਨੇ ਵੀ ਨਮਸਕਾਰ ਕੀਤੀ ਹੈ। ਇੱਥੋਂ ਦੇ ਜਿਹੜੇ ਕਾਜੀ ਸਨ ਉਹਨਾਂ ਨੇ ਵੀ ਮਹਾਰਾਜ ਨੂੰ ਨਮਸਕਾਰ ਕੀਤੀ ਵੀ ਸਾਡੇ ਮੁਹੰਮਦ ਸਾਹਿਬ ਦੀ ਕਬਰ ਨਮਸਕਾਰਾਂ ਕਰਦੀ ਹੈ, ਅਸੀਂ ਕਿਉਂ ਪਿੱਛੇ ਰਹਿ ਜਾਈਏ। ਫਿਰ ਇਹਨਾਂ ਨੇ ਵੀ ਨਿਸ਼ਾਨੀ ਮੰਗੀ, ਮਹਾਰਾਜ ਤੁਸੀਂ ਵੀ ਸਾਨੂੰ ਨਿਸ਼ਾਨੀ ਦੇ ਕੇ ਜਾਓ। ਇੱਥੇ ਦੂਜੀ ਖੜਾਂ ਫਿਰ ਮਹਾਰਾਜ ਨੇ ਬਖਸ਼ਿਸ਼ ਕੀਤੀ। ਦੋਨਾਂ ਥਾਵਾਂ 'ਤੇ ਆਪਣੀ ਇੱਕ ਇੱਕ ਖੜਾਂ ਜਿਹੜੀ ਹੈ ਨਾ ਉਹ ਮਹਾਰਾਜ ਨੇ ਇੱਥੇ ਦਿੱਤੀਆਂ, ਨਿਸ਼ਾਨੀ ਵਜੋਂ ਇਹਨਾਂ ਨੇ ਰੱਖ ਲਈਆਂ। ਬੜਾ ਸਮਾਂ ਲੰਮਾ ਸੰਗਤਾਂ ਉੱਥੇ ਦਰਸ਼ਨ ਕਰਦੀਆਂ ਰਹੀਆਂ। ਪਰ ਜਿਵੇਂ ਜਿਵੇਂ ਸਮਾਂ ਅੱਗੇ ਬਤੀਤ ਹੋਇਆ, ਕਹਿਣ ਲੱਗੇ ਜਦੋਂ ਦੇਸ਼ ਦੀ ਕਿਤੇ ਵੰਡ ਹੋਈ ਹੈ ਉਦੋਂ ਵਸਤੂਆਂ ਜਿਹੜੀਆਂ ਸਨ ਇੱਧਰ ਉੱਧਰ ਹੋ ਗਈਆਂ। ਅੱਜ ਉਹ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਨਹੀਂ। ਰੋ ਵਿਚਾਰ ਸਤਿਗੁਰਾਂ ਨੇ ਬਚਨ ਸਮਝਾਇਆ ਵੀ ਉਹ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨੇ। ਅੱਲਾਹੁ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਘੇਰਾ। ਜੇ ਆਪਾਂ ਕਹਿ ਦਈਏ ਵੀ ਅੱਲਾ ਕੇਵਲ ਮਸੀਤ ਵਿੱਚ ਬੈਠਾ ਹੈ, ਭਗਵਾਨ ਮੰਦਰ ਵਿੱਚ ਬੈਠਾ ਹੈ, ਬਾਕੀ ਜਿਹੜੀ ਧਰਤੀ ਹੈ, ਸ੍ਰਿਸ਼ਟੀ ਹੈ, ਕਾਇਨਾਤ ਹੈ, ਫਿਰ ਉਹਦੇ ਵਿੱਚ ਕੌਣ ਵਸਦਾ ਹੈ। ਫਿਰ ਕਹਿਣਾ ਪਵੇਗਾ ਵੀ ਉਹਦੇ ਵਿੱਚ ਵੀ ਪਰਮਾਤਮਾ ਵਸਦਾ। ਜੇ ਇਹ ਬਚਨ ਕਹਿਣਾ ਤੇ ਫਿਰ ਮੰਨਣਾ ਪਵੇਗਾ ਵੀ ਉਹ ਸਾਰਿਆਂ ਥਾਵਾਂ 'ਤੇ। ਜੇ ਉਹ ਸਾਰਿਆਂ ਥਾਵਾਂ 'ਤੇ ਹੈ ਫਿਰ ਉਹਦਾ ਬਲ ਵੀ ਸਾਰਿਆਂ ਥਾਵਾਂ 'ਤੇ ਹੈ। ਮਹਾਰਾਜ ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣਾ। ਚਾਰ ਦਿਸ਼ਾਵਾਂ ਦੇ ਵਿੱਚ ਉਹਦਾ ਬਲ ਹੈ ਪਰਮਾਤਮਾ ਦਾ। ਭਾਵੇਂ ਦੱਖਣ ਚਲੇ ਜਾ, ਉੱਤਰ ਚਲੇ ਜਾ, ਲਹਿੰਦੇ ਚੜ੍ਹਦੇ, ਜਿੱਧਰ ਨੂੰ ਮਰਜ਼ੀ ਜਾ, ਉਹਦਾ ਬਲ ਸਾਰਿਆਂ ਥਾਵਾਂ 'ਤੇ ਹੈ। ਜਿੱਥੇ ਤੂੰ ਉਹਨੂੰ ਯਾਦ ਕਰੇਗਾ ਨਾ ਉੱਥੋਂ ਹੀ ਪ੍ਰਗਟ ਹੋ ਜਾਏਗਾ। ਸਾਨੂੰ ਤੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਪਵੇਗਾ ਸਫ਼ਰ ਕਰਕੇ, ਪਰ ਪਰਮਾਤਮਾ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਹੀ ਨਹੀਂ ਪੈਂਦਾ। ਜਿੱਥੇ ਤੂੰ ਯਾਦ ਕਰੇਗਾ ਉਹ ਉੱਥੇ ਹੀ ਬੈਠਾ ਹੋਇਆ, ਉੱਥੇ ਹੀ ਸਮਾਇਆ ਹੋਇਆ। ਇਸ ਕਰਕੇ ਬਚਨ ਕਰਦੇ ਕੋਈ ਇਹੋ ਜਿਹੀ ਜਗ੍ਹਾ ਨਹੀਂ ਪਰਮਾਤਮਾ ਜਿੱਥੇ ਤੁਸੀਂ ਆਪਣਾ ਬਲ ਨਹੀਂ ਪਾਇਆ ਹੋਇਆ, ਬਖਸ਼ਿਸ਼ ਨਹੀਂ ਕਰਦੇ, ਸਾਰਿਆਂ ਥਾਵਾਂ 'ਤੇ ਬਿਰਾਜੇ ਹੋ। ਸਿਰ ਉੱਪਰ ਕਰ ਧਾਰਿਓ। ਆਪਣਿਆਂ ਸੇਵਕਾਂ ਦੇ ਸਿਰ ਦੇ ਉੱਪਰ ਤੁਸੀਂ ਮਿਹਰ ਦਾ ਹੱਥ ਰੱਖਦੇ ਹੋ। ਹੱਥ ਤੇ ਤੁਹਾਡਾ ਸਾਰਿਆਂ ਦੇ ਉੱਪਰ ਹੀ ਹੈ, ਬਖਸ਼ਿਸ਼ ਤੇ ਸਾਰਿਆਂ ਤੋਂ ਹੀ ਕਰਦੇ ਪਏ, ਸਾਰਿਆਂ ਨੂੰ ਰੋਜੀ ਰੋਟੀ ਦਿੰਦੇ ਪਏ ਹੋ, ਪਾਲਣਾ ਤੇ ਸਾਰਿਆਂ ਦੀ ਕਰਦੇ ਪਏ। ਪਰ ਸਾਰਿਆਂ ਦੇ ਵਿੱਚੋਂ ਕੋਈ ਤੇਰੇ ਖਾਸ ਨੇ ਜਿਹੜੇ ਤੇਰਾ ਸਿਮਰਨ ਕਰਦੇ, ਉਹਨਾਂ ਨੂੰ ਪਾਲਣ ਦੇ ਨਾਲ ਨਾਲ ਤੁਸੀਂ ਉਹਨਾਂ ਦੇ ਸਿਰ 'ਤੇ ਮਿਹਰ ਦਾ ਵੀ ਹੱਥ ਰੱਖਦੇ ਹੋ। ਬਖਸ਼ਿਸ਼ ਵਾਲਾ ਹੱਥ ਹਮੇਸ਼ਾ ਉਹਨਾਂ ਦੇ ਸਿਰ ਦੇ ਉੱਪਰ ਰਹਿੰਦਾ। ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ। ਜਿਨ੍ਹਾਂ ਦੇ ਸਿਰ 'ਤੇ ਸਾਈਂ ਖਲੋਤਾ, ਮਾਲਕ ਖਲੋਤਾ, ਸਿਰ 'ਤੇ ਹੱਥ ਰੱਖ ਕੇ ਉਹਨਾਂ ਦੇ ਕਾਰਜ ਉਹ ਆਪੇ ਹੀ ਪੂਰੇ ਕਰੀ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਸਿਰ ਦੇ ਉੱਪਰ ਮਿਹਰ ਦਾ ਹੱਥ ਰੱਖਦੇ ਹਨ। ਕਿਰਪਾ ਕਟਾਕ ਅਵਲੋਕਨ ਕੀਨੋ। ਜਦੋਂ ਸਤਿਗੁਰੂ ਕਿਰਪਾ ਕਰਦੇ ਨਾ, ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਦੇ। ਕਟਾਕ ਤੋਂ ਭਾਵ ਹੁੰਦਾ ਮਿਹਰ ਦੀ ਨਜ਼ਰ, ਤਰਸ ਦੀ ਨਜ਼ਰ ਦੇ ਨਾਲ ਜਦੋਂ ਮਹਾਰਾਜ ਤੱਕਦੇ ਨੇ, ਆਪਣਿਆਂ ਦਾਸਾਂ ਦੇ ਵੱਲ ਵੇਖਦੇ ਹਨ। ਦਾਸ ਕਾ ਦੁੱਖ ਵਿਦਾਰਿਓ। ਦਾਸਾਂ ਦੇ ਦੁੱਖਾਂ ਨੂੰ ਵਿਦਾਰਿਓ ਕਹਿੰਦੇ ਦੂਰ ਕਰ ਦਿੰਦੇ। ਦਾਸਾਂ ਨੂੰ ਦੁੱਖ ਰਹਿਣ ਕੋਈ ਨਹੀਂ ਦਿੰਦੇ। ਜਿਹਨੂੰ ਮਿਹਰ ਦੀ ਨਜ਼ਰ ਦੇ ਨਾਲ ਤੱਕਿਆ ਨਾ, ਤੱਕ ਲੈਣ ਸਹੀ ਇੱਕ ਵਾਰੀ। ਪ੍ਰੇਮਾ ਕੋੜੀ ਹੈ ਨਾ, ਮਹਾਰਾਜ ਦੇ ਦਰਵਾਜ਼ੇ 'ਤੇ ਬੈਠਾ ਹਾਏ ਹਾਏ ਕਰਦਾ। ਇੱਕ ਦਿਨ ਮਿਹਰ ਦੀ ਦ੍ਰਿਸ਼ਟੀ ਪੈ ਗਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਇਹਦਾ ਇਸ਼ਨਾਨ ਕਰਵਾਓ। ਇਸ਼ਨਾਨ ਕਰਵਾ ਕੇ ਮਹਾਰਾਜ ਨੇ ਦੁੱਖ ਰੋਗ ਦੂਰ ਹੀ ਕਰ ਦਿੱਤੇ।
ਕੋਹੜੀ ਤੋਂ ਮਹਾਰਾਜ ਜੀਆਂ ਨੇ ਨਰੋਆ ਕਰ ਦਿੱਤਾ, ਤੰਦਰੁਸਤ ਕਰ ਦਿੱਤਾ। ਇਹ ਦਾਤਾਂ ਨੇ ਮਹਾਰਾਜ ਦੀਆਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਪਾਲਪੁਰ ਗਏ। ਇੱਥੇ ਇੱਕ ਕੋਹੜੀ ਨੂੰ ਪਿੰਡ ਦਿਆਂ ਲੋਕਾਂ ਨੇ ਪਿੰਡੋਂ ਬਾਹਰ ਸੁੱਟ ਦਿੱਤਾ ਸੀ ਵੀ ਕੋਹੜ ਹੋਇਆ ਹੈ। ਲੋਕਾਂ ਦੇ ਮਨ ਵਿੱਚ ਇਹ ਵਿਚਾਰ ਸੀ ਵੀ ਇਹ ਛੂਤ ਦਾ ਰੋਗ ਹੈ, ਵੀ ਇੱਕ ਤੋਂ ਗਾਂ ਦੂਜੇ ਨੂੰ ਲੱਗ ਜਾਂਦਾ, ਕਿਤੇ ਸਾਨੂੰ ਨਾ ਲੱਗ ਜਾਵੇ। ਬਾਹਰ ਸੁੱਟ ਦਿੱਤਾ। ਹਾਏ ਹਾਏ ਕਰਦਾ, ਕੋਈ ਪਾਣੀ ਨਹੀਂ ਪੁੱਛਦਾ, ਕੋਈ ਪ੍ਰਸ਼ਾਦਾ ਨਹੀਂ ਪੁੱਛਦਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਬਾਹਰ ਜਾ ਕੇ ਬੈਠੇ, ਇਸ ਨੇ ਦਰਸ਼ਨ ਕੀਤੇ। ਕੁਝ ਸਮਾਂ ਆਰਾਮ ਮਿਲਿਆ। ਜਦੋਂ ਹਨੇਰਾ ਹੋਇਆ, ਦਰਸ਼ਨ ਹੋਣੋਂ ਹਟ ਗਏ। ਹੌਲੀ ਹੌਲੀ ਮਹਾਰਾਜ ਦੇ ਕੋਲ ਪਹੁੰਚਾ। ਆਖਦਾ, ਮਹਾਰਾਜ ਕੋਹੜੀ ਹੋਣ ਕਰਕੇ ਬੜਾ ਦੁਖੀ ਆ, ਆਪ ਜੀ ਕਿਰਪਾ ਕਰੋ। ਤੇ ਮਹਾਰਾਜ ਨੇ ਬਚਨ ਲਿਖਿਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਦ ਲਾਏ। ਪੱਕਾ ਰੋਗੀ ਭਾਵ ਕੇ ਕੋਹੜ ਦਾ ਰੋਗ। ਜਿਵੇਂ ਕੋਹੜ ਦਾ ਰੋਗੀ ਹਾਏ ਹਾਏ ਕਰਦਾ ਪਿਆ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਗੁਰਮੁਖੋ, ਉਹ ਵੀ ਇਸ ਰੋਗੀ ਦੇ ਵਾਂਗ ਸਾਰੀ ਉਮਰ ਹਾਏ ਮਰ ਗਏ, ਹਾਏ ਮਰ ਗਏ, ਕੁਝ ਨਹੀਂ ਪੱਲੇ ਪਿਆ। ਉਹ ਵੀ ਸਾਰੀ ਉਮਰ ਇਸੇ ਤਰ੍ਹਾਂ ਹੀ ਕਰਦੇ। ਜੈ ਤਨ ਬਾਣੀ ਵਿਸਰ ਜਾਏ, ਜਿਨ੍ਹਾਂ ਦੇ ਮਨ ਵਿੱਚੋਂ ਬਾਣੀ ਭੁੱਲ ਜਾਂਦੀ, ਨਾਮ ਭੁੱਲ ਜਾਂਦਾ ਹੈ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਇਹ ਪੱਕਾ ਰੋਗੀ ਰੋਂਦਾ ਪਿਆ, ਕਰਲਾਉਂਦਾ ਪਿਆ, ਇਸੇ ਤਰ੍ਹਾਂ ਨਾਮ ਨੂੰ ਭੁੱਲਣ ਵਾਲੇ ਸਾਰੀ ਉਮਰ ਇਸੇ ਤਰ੍ਹਾਂ ਹੀ ਰੋਂਦੇ। ਸਤਿਗੁਰਾਂ ਨੇ ਫਿਰ ਕਿਰਪਾ ਕੀਤੀ, ਉਹਦੇ ਰੋਗ ਨੂੰ ਠੀਕ ਕਰ ਦਿੱਤਾ, ਦੂਰ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਿਰਪਾ ਕਟਾਖ ਅਵਲੋਕਨ ਕੀਨੋ, ਮੇਰ ਦੀ ਨਜ਼ਰ ਦੇ ਨਾਲ ਮਹਾਰਾਜ ਤੱਕ ਤੇ ਲੈਣ ਨਾ ਇੱਕ ਵਾਰੀ। ਤੇ ਦਾਸ ਕਾ ਦੁੱਖ ਬਦਾਰਿਓ, ਫਿਰ ਆਪਣਿਆਂ ਦਾਸਾਂ ਦੇ ਦੁੱਖਾਂ ਨੂੰ ਮਹਾਰਾਜ ਕੱਟ ਦਿੰਦੇ, ਦੂਰ ਕਰ ਦਿੰਦੇ, ਪਰੇ ਕਰ ਦਿੰਦੇ ਹਨ। ਹਰ ਜਨ ਰਾਖੇ ਗੁਰ ਗੋਬਿੰਦ, ਜੋ ਗੁਰ ਕਹੀਏ ਪ੍ਰਕਾਸ਼ ਸਰੂਪ ਪਰਮਾਤਮਾ, ਉਹ ਜੋ ਪਰਮਾਤਮਾ ਹੈ ਨਾ, ਕਹਿਣ ਲਈ ਲੱਗੇ ਵੀ ਉਹ ਗੋਬਿੰਦ ਕਹੀਏ। ਗੋ ਨਾਮ ਧਰਤੀ ਦਾ, ਵਿੰਦ ਨਾਮ ਰੱਖਿਆ ਕਰਨ ਵਾਲਾ, ਉਹ ਧਰਤੀ ਦੀ ਰੱਖਿਆ ਕਰਨ ਵਾਲਾ ਹੈ। ਇਹ ਕਹਿਣ ਲੱਗੇ ਉਹ ਆਪਣੇ ਜਨਾਂ ਨੂੰ, ਭਗਤਾਂ ਨੂੰ ਰੱਖ ਲੈਂਦਾ ਮਿਹਰ ਦਾ ਹੱਥ ਦੇ ਕੇ। ਜਿਵੇਂ ਭਗਤ ਕਬੀਰ ਜੀਆਂ ਨੂੰ ਨਹੀਂ ਡੁੱਬਣ ਦਿੱਤਾ ਗੰਗਾ ਨਦੀ ਦੇ ਵਿੱਚ, ਜਿਵੇਂ ਭਗਤ ਨਾਮਦੇਵ ਜੀਆਂ ਨੂੰ ਨਹੀਂ ਉਹਨਾਂ ਨੇ ਮਰਨ ਦਿੱਤਾ ਹਾਥੀ ਦੇ ਪੈਰਾਂ ਦੇ ਥੱਲੇ, ਐਸੀਆਂ ਬਖਸ਼ਿਸ਼ਾਂ ਕਰਦਾ। ਕਹਿਣ ਲੱਗੇ ਉਹ ਜੋ ਪ੍ਰਕਾਸ਼ ਸਰੂਪ ਪਰਮਾਤਮਾ ਸਾਰਿਆਂ ਥਾਵਾਂ 'ਤੇ ਸਮਾਇਆ, ਆਪਣੇ ਜਨਾਂ ਦੀ, ਭਗਤਾਂ ਦੀ ਰੱਖਿਆ ਕਰਦਾ, ਫਿਰ ਬਖਸ਼ਿਸ਼ ਕਰਦੇ ਹਨ। ਹਰ ਜਨ ਰਾਖੇ ਗੁਰ ਗੋਬਿੰਦ, ਗੋਬਿੰਦ ਪਰਮਾਤਮਾ ਦਾ ਰੂਪ ਜੋ ਸਤਿਗੁਰੂ ਨੇ, ਉਹ ਵੀ ਆਪਣੇ ਸਿੱਖਾਂ ਦੀ ਭਾਈ ਰੱਖਿਆ ਕਰਦੇ। ਸਤਿਗੁਰੂ ਵੀ ਐਸੇ ਮਹਾਨ ਨੇ, ਐਸੀ ਕਿਰਪਾ ਕਰਦੇ, ਆਪਣੇ ਸਿੱਖਾਂ ਦੀ ਰੱਖਿਆ ਕਰਦੇ। ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਦੁੱਖ ਨੇੜੇ ਨਹੀਂ ਆਉਣ ਦਿੰਦੇ। ਬਹਾਦਰ ਬਿਧੀ ਚੰਦ ਦਾ ਇਤਿਹਾਸ ਪੜ੍ਹ ਲਈਏ, ਭੱਠੇ ਵਿੱਚ ਬੈਠੇ ਹੋਏ ਤੇ ਰੱਖਿਆ ਹੀ ਹੋਈ ਨਾ ਉੱਥੇ। ਭੱਠੇ ਦੀ ਅੱਗ, ਭੱਠੀ ਦੀ ਅੱਗ ਕੁਝ ਵਿਗਾੜ ਨਹੀਂ ਸਕੀ ਹੈ। ਇਸ ਤਰ੍ਹਾਂ ਗੁਰੂ ਵੀ ਆਪਣੇ ਸਿੱਖਾਂ ਦੀ ਰਾਖੀ ਕਰਦਾ ਭਾਈ, ਜਿਹੜੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ। ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਸਤਿਗੁਰੂ ਪਾਤਸ਼ਾਹ ਜੀ ਐਸੇ ਦਿਆਲੂ ਨੇ, ਐਸੇ ਬਖਸ਼ੰਦ ਨੇ, ਜਦੋਂ ਬਖਸ਼ਣ ਲੱਗਦੇ ਨਾ ਫਿਰ ਮਹਾਰਾਜ ਗਿਣਤੀ ਨਹੀਂ ਕਰਦੇ। ਇਹ ਨਹੀਂ ਵੀ ਤੇਰਾ ਇੱਕ ਗੁਨਾਹ ਬਖਸ਼ ਦਿੱਤਾ, ਚੱਲ ਦੂਜੇ ਦੀ ਤੈਨੂੰ ਸਜ਼ਾ ਦੇ ਦਿਆਂਗੇ, ਤੀਜੇ ਦੀ ਦੇ ਦਿਆਂਗੇ, 2 ਮਾਫ ਕਰ ਦਿੱਤੇ। ਜਦੋਂ ਬਖਸ਼ਣ ਲੱਗਦੇ ਨੇ ਨਾ, ਸਾਰੇ ਹੀ ਬਖਸ਼ ਦਿੰਦੇ, ਸਾਰੇ ਹੀ ਮਾਫ ਕਰ ਦਿੰਦੇ, ਰਹਿ ਨਹੀਂ ਕੋਈ ਨਹੀਂ ਦਿੰਦੇ। ਇੱਕੇ ਵਾਰੀ ਸਾਰਾ ਖਾਤਾ ਹੀ ਸਾਫ਼ ਕਰ ਦਿੰਦੇ। ਇੱਕੇ ਵਾਰੀ ਖਾਤੇ ਵਿੱਚ ਜਿੰਨੇ ਵੀ ਗੁਨਾਹ ਨੇ, ਔਗਣ ਨੇ, ਪਾਪ ਨੇ, ਸਾਰਿਆਂ ਨੂੰ ਇਕੱਠਾ ਹੀ ਡਿਲੀਟ ਕਰ ਦਿੰਦੇ, ਕੱਢ ਦਿੰਦੇ ਪਰੇ ਜੀਵਨ ਦੇ ਵਿੱਚ। ਦਿਆਲ ਪੁਰਖੋ, ਦਿਆਲੂ ਪੁਰਖ ਨੇ, ਬਖਸ਼ੰਦ ਕਹੀਏ ਮਾਫ ਕਰਨ ਵਾਲੇ ਨੇ, ਬਖਸ਼ਣ ਵਾਲੇ ਨੇ, ਬਖਸ਼ ਦਿੰਦੇ। ਪਾਤਸ਼ਾਹ ਕਹਿਣ ਲੱਗੇ ਅਵਗੁਣ ਸਭ ਮਿਟੇ। ਜਦੋਂ ਬਖਸ਼ੀ ਦਿੱਤਾ ਫਿਰ ਅਵਗੁਣ ਤੇ ਮਿਟ ਗਿਆ ਨਾ, ਅਵਗੁਣ ਰਹਿ ਤੇ ਕੋਈ ਨਹੀਂ ਨਾ ਗਿਆ। ਹੁਣ ਤੇ ਅਸੀਂ ਅਵਗੁਣਾਂ ਦੇ ਭਰਿਆ ਨਾ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਅਵਗੁਣ। ਸਾਡੇ ਅਵਗੁਣ ਇੰਨੇ ਨੇ ਜਿਵੇਂ ਸਮੁੰਦਰ ਪਾਣੀ ਦਾ ਭਰਿਆ। ਪਰ ਜਦੋਂ ਸਤਿਗੁਰਾਂ ਨੇ ਬਖਸ਼ ਦਿੱਤਾ ਫਿਰ ਸਾਰੇ ਹੀ ਅਵਗੁਣ ਉਹਨਾਂ ਨੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ, ਮਿਟਾਈ ਇੱਕ ਅਰਦਾਸ, ਭਾਟ ਕੀਰਤ ਕੀ ਗੁਰੂ ਰਾਮਦਾਸ, ਰਾਖੋ ਸਰਨਾਈ। ਜਦੋਂ ਇਹ ਤਰਲਾ ਕੀਤਾ ਤੇ ਫਿਰ ਸਾਰੇ ਗੁਨਾਹਾਂ ਨੂੰ ਉਹ ਬਖਸ਼ ਦਿੰਦੇ, ਮੇਟ ਦਿੰਦੇ। ਜਦੋਂ ਗੁਰਮੁਖੋ ਗੁਨਾਹ ਮਿਟ ਗਏ ਨਾ, ਫਿਰ ਕੰਠ ਲਾਏ।
ਫਿਰ ਆਪਣੇ ਗਲੇ ਨਾਲ ਲਾ ਲੈਂਦੇ, ਆਪਣੀ ਜੱਫੀ ਵਿੱਚ ਲੈ ਲੈਂਦੇ, ਆਪਣੀ ਬੁੱਕਲ ਵਿੱਚ ਲੈ ਲੈਂਦੇ। ਪਰ ਬੁੱਕਲ ਵਿੱਚ ਉਦੋਂ ਲੈਂਦੇ ਨੇ ਜਦੋਂ ਗੁਨਾਹ ਮਿਟ ਜਾਣ, ਤੇ ਗੁਨਾਹ ਉਦੋਂ ਮਿਟਣਗੇ ਜਦੋਂ ਉਹ ਬਖਸ਼ ਲਵੇ। ਉਹਦੇ ਬਖਸ਼ਣ ਤੋਂ ਬਿਨਾਂ ਗੁਨਾਹ ਨਹੀਂ ਮਿਟਣਗੇ, ਤੇ ਜਿੰਨਾ ਚਿਰ ਗੁਨਾਹ ਨਹੀਂ ਮਿਟਣਗੇ ਉਹਨਾਂ ਚਿਰ ਫਿਰ ਬਖਸ਼ਦਾ ਨਹੀਂ ਹੈ, ਮਾਫ ਵੀ ਨਹੀਂ ਕਰਦਾ। ਮਾਫੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਬਖਸ਼ਿਆ, ਜਿਨ੍ਹਾਂ ਨੂੰ ਬਖਸ਼ਿਆ ਗਲ ਵੀ ਉਹਨਾਂ ਨੂੰ ਲਾਉਂਦਾ ਹੈ। ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਉਹ ਦਿਆਲੂ ਪੁਰਖ ਪਰਮਾਤਮਾ ਇਹੋ ਜਿਹਾ ਬਖਸ਼ੰਦ ਹੈ, ਅਵਗੁਣਾਂ ਨੂੰ ਕੱਟ ਕੇ ਮਾਫ ਕਰਕੇ ਆਪਣੇ ਗਲੇ ਨਾਲ ਲਾ ਲੈਂਦੇ ਹਨ। ਰਹਾਉ ਜੋ ਮੰਗਾ ਠਾਕੁਰ ਆਪਣੇ ਤੇ, ਸੋਈ ਸੋਈ ਦੇਵਾ। ਗੁਰੂ ਜੀ ਰਹਾਉ ਤੋਂ ਭਾਵ ਹੁੰਦਾ ਹੈ ਇਸ ਉਪਦੇਸ਼ ਨੂੰ ਹਿਰਦੇ ਵਿੱਚ ਰਹੁਣਾ ਕਰੋ, ਬੀਜਣਾ ਕਰੋ। ਜੋ ਮੰਗੈ ਠਾਕੁਰ ਆਪਣੇ ਤੇ, ਆਪਣੇ ਠਾਕੁਰ ਤੋਂ ਜੋ ਮੰਗੀਏ, ਪਰ ਮੰਗੀਏ ਕਿਵੇਂ? ਉਹਨੂੰ ਆਪਣਾ ਬਣਾ ਕੇ। ਪਰ ਸਾਡੀ ਕੀ ਹਾਲਤ ਹੈ? ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਜਿਹੜੀ ਦਾਤ ਦਿੱਤੀ ਹੈ ਨਾ ਉਹ ਤੇ ਅਸੀਂ ਕਬਜ਼ਾ ਕਰਦੇ ਵੀ ਆਹ ਦਾਤ ਮੇਰੀ ਹੈ, ਪਰ ਜਿਹਨੇ ਦਾਤ ਦਿੱਤੀ ਹੈ ਉਹ ਕੌਣ ਹੈ ਸਾਨੂੰ ਨਹੀਂ ਪਤਾ। ਦਾਤ ਸਾਨੂੰ ਚਾਹੀਦੀ ਹੈ, ਜ਼ਮੀਨ ਜਾਇਦਾਦ ਘਰ ਬਾਰ ਨੌਕਰੀ ਪੈਸਾ ਧਨ ਪਦਾਰਥ ਇੱਜ਼ਤ ਮਾਣ ਸਭ ਕੁਝ ਸਾਨੂੰ ਚਾਹੀਦਾ, ਪਰ ਜਿਹਨੇ ਸਭ ਕੁਝ ਦਿੱਤਾ ਹੈ ਉਹ ਕੌਣ ਹੈ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ। ਪਰ ਮਹਾਰਾਜ ਕਹਿਣ ਲੱਗੇ ਜਦੋਂ ਉਹਨੂੰ ਆਪਣਾ ਬਣਾ ਲਵੇਂਗਾ ਨਾ ਵੀ ਇਹ ਮੇਰਾ ਹੀ ਹੈ, ਤੇ ਮੇਰਾ ਬਣਾ ਕੇ ਜਦੋਂ ਮੰਗੇਗਾ ਫਿਰ ਜੋ ਮੰਗੇਗਾ ਉਹ ਮਿਲ ਜਾਏਗਾ। ਬਿਨਾਂ ਮੰਗਣ ਤੋਂ ਹੀ ਮਿਲ ਜਾਏਗਾ, ਮੰਗਣ ਦੀ ਵੀ ਲੋੜ ਨਹੀਂ ਰਹੇਗੀ। ਬਿਨਾਂ ਮੰਗਿਆ ਮੰਗਣਾ ਤੇ ਉਹਦੇ ਤੋਂ ਪੈਂਦਾ ਜਿਹੜਾ ਕੋਈ ਪਰਾਇਆ ਹੋਵੇ। ਦੂਜੇ ਦੇ ਘਰੋਂ ਦਾਤ ਮੰਗਣੀ ਪੈਂਦੀ ਹੈ ਵੀ ਆਹ ਚੀਜ਼ ਮੈਨੂੰ ਉਧਾਰੀ ਦੇ ਦਿਓ। ਜੇ ਉਧਾਰੀ ਨਹੀਂ ਦੇ ਸਕਦੇ ਤੇ ਮੈਨੂੰ ਕਰਜ਼ੇ ਦੇ ਰੂਪ ਵਿੱਚ ਦੇ ਦਿਓ, ਮੋੜ ਦਿਆਂਗਾ। 2 ਗਵਾਹ ਵੀ ਨਾਲ ਪਾਉਣੇ ਪੈਂਦੇ। ਕਿਉਂ? ਕਿਉਂਕਿ ਦੂਜੇ ਕੋਲੋਂ ਮੰਗੀ ਹੈ, ਦੂਜੇ ਘਰ ਤੋਂ ਮੰਗੀ ਹੈ, ਕਿਸੇ ਚਾਚੇ ਤਾਏ ਤੋਂ ਮੰਗੀ ਹੈ। ਪਰ ਮਾਂ ਬਾਪ ਦੇ ਕੋਲੋਂ ਚੀਜ਼ ਉਧਾਰੀ ਨਹੀਂ ਮੰਗਣੀ ਪੈਂਦੀ ਹੈ। ਉੱਥੇ ਆਪਣਾ ਹੀ ਹੱਕ ਹੈ, ਮੇਰੀ ਹੈ, ਕਿਉਂਕਿ ਮਾਂ ਬਾਪ ਆਪਣਾ ਤੇ ਵਸਤੂ ਵੀ ਤੇ ਆਪਣੀ ਹੋਈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਉਹਨੂੰ ਆਪਣਾ ਬਣਾਵੇਂਗਾ ਨਾ ਫਿਰ ਹੱਕ ਬਣ ਜਾਵੇਗਾ, ਤੇ ਜਦੋਂ ਹੱਕ ਬਣਾਵੇਂਗਾ ਤੇ ਉਹ ਬਿਨਾਂ ਹੀ ਮੰਗਿਆ ਦੇਵੇਗਾ, ਫਿਰ ਮੰਗਣ ਦੀ ਵੀ ਲੋੜ ਨਹੀਂ ਪੈਣੀ ਹੈ। ਪਰ ਬਚਨ ਗੁਰਮੁਖਾ ਇਹ ਹੈ ਵੀ ਤੂੰ ਉਸ ਨੂੰ ਆਪਣਾ ਕਦੇ ਸਮਝਦਾ ਹੀ ਨਹੀਂ ਨਾ। ਤੂੰ ਆਣਾ ਵੀ ਵਸਤੂਆਂ ਮੈਨੂੰ ਦੇ ਦੇ, ਪਰ ਤੂੰ ਬਾਹਰ ਦੀ ਬਾਹਰ ਹੀ ਮੁੜ ਜਾ, ਮੇਰੇ ਨੇੜੇ ਨਾ ਆਈ। ਫਿਰ ਇਸ ਤਰ੍ਹਾਂ ਗੱਲ ਨਹੀਂ ਨਾ ਬਣੇਗੀ, ਉਹਨੂੰ ਆਪਣਾ ਬਣਾਉਣਾ ਪਵੇਗਾ। ਜੋ ਮੰਗੈ ਠਾਕੁਰ ਆਪਣੇ ਤੇ, ਜਿਹਨੇ ਉਸ ਨੂੰ ਆਪਣਾ ਬਣਾਇਆ ਹੈ, ਆਪਣਾ ਬਣਾ ਕੇ ਫਿਰ ਜੋ ਮੰਗੇਗਾ ਸੋਈ ਸੋਈ ਦੇਵੈ। ਜੋ ਮਰਜ਼ੀ ਮੰਗ ਲਾ, ਫਿਰ ਉਹ ਇਹ ਨਹੀਂ ਕਵੇਗਾ ਵੀ ਨਹੀਂ ਆਹ ਨਹੀਂ ਮੈਂ ਤੈਨੂੰ ਦੇਣਾ। ਹੋ ਸਕਦਾ ਮੰਗ ਤੂੰ ਥੋੜ੍ਹਾ ਲਵੇਂ, ਉਹ ਦੇ ਬਹੁਤਾ ਦੇਵੇਗਾ, ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ। ਸਾਡੀ ਤੇ ਉੱਥੋਂ ਤੱਕ ਸੋਚ ਹੀ ਨਹੀਂ ਹੋਣੀ, ਸਾਡੀ ਤੇ ਉੱਥੋਂ ਤੱਕ ਵਿਚਾਰ ਨਹੀਂ ਹੋਣੀ ਜਿੱਡੀ ਵੱਡੀ ਦਾਤ ਉਹਨੇ ਦੇ ਦੇਣੀ ਹੈ। ਸਾਡੀ ਸੋਚ ਤੇ ਛੋਟੀ ਹੈ, ਨਿੱਕਾ ਜਿਹਾ ਕੋਈ ਪਦਾਰਥ ਮੰਗ ਲਵਾਂਗੇ, ਕੋਈ ਵਸਤੂ ਮੰਗ ਲਵਾਂਗੇ, ਪਰ ਜਦੋਂ ਦੇਣ ਤੇ ਆਇਆ ਨਾ ਪਦਾਰਥ ਤੇ ਦੇਵੇਗਾ, ਲੇਖੇ ਜੋਖੇ ਵੀ ਨਾਲ ਹੀ ਮੇਟ ਦੇਵੇਗਾ। ਇਕੱਲੇ ਤੇਰੇ ਨਹੀਂ, ਤੇਰੀਆਂ ਕਈ ਕੁੱਲਾਂ ਦੇ ਵੀ ਉਹ ਮੇਟ ਦੇਵੇਗਾ, ਕਿਉਂਕਿ ਜੇਵੜ ਆਪ, ਜਿੱਡਾ ਵੱਡਾ ਉਹ ਆਪ ਹੈ, ਤੇਵੜ ਤੇਰੀ ਦਾਤ। ਉਹਦੀਆਂ ਦਾਤਾਂ ਵੀ ਓਨੀਆਂ ਹੀ ਵੱਡੀਆਂ ਨੇ ਜਿਹੜੀਆਂ ਕਿ ਅਸੀਂ ਦਿਮਾਗ ਵਿੱਚ ਸੋਚੀਆਂ ਨਹੀਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਮੰਗੀਏ ਉਹ ਪਰਮਾਤਮਾ ਉਹੀ ਦੇ ਦਿੰਦਾ ਹੈ, ਬਲਕਿ ਮੰਗਣ ਤੋਂ ਵੀ ਕਿਤੇ ਵੱਧ ਦੇ ਦਿੰਦਾ ਹੈ। ਨਾਨਕ ਦਾਸ ਮੁਕਤੇ ਜੋ ਬੋਲਾ, ਇਹਾ ਉਹਾ ਸੱਚ ਹੋਵਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਜਿਹੜਾ ਦਾਸ ਬਣ ਗਿਆ ਨਾ, ਦਾਸ ਕਹਿਣਾ ਤੇ ਬੜਾ ਸੌਖਾ, ਨਾਮ ਦੇ ਅੱਗੇ ਲੋਕੀ ਲਿਖਾ ਦਿੰਦੇ ਦਾਸਰਾ, ਦਾਸ, ਸੇਵਕ, ਪਰ ਕੇਵਲ ਲਿਖਾਉਣ ਤੱਕ ਹੀ ਹੈ। ਸੇਵਕ ਨੂੰ ਮਾੜਾ ਜਿਹਾ ਟੋਹ ਕੇ ਵੇਖ ਲਓ, ਫਿਰ ਪਤਾ ਲੱਗਦਾ ਵੀ ਇਹ ਸੇਵਕ ਹੈ ਕਿ ਕੌਣ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਦਾਸ ਬਣ ਗਏ ਨਾ ਉਹਦੇ ਪਰਮਾਤਮਾ ਦੇ, ਫਿਰ ਮੁਖ ਤੇ ਜੋ ਬੋਲੇ ਉਹ ਜੋ ਮਰਜ਼ੀ ਮੂੰਹ ਤੋਂ ਬੋਲ ਦੇਣ, ਤੇ ਜੋ ਵੀ ਉਹਨਾਂ ਨੇ ਮੂੰਹ ਤੋਂ ਬੋਲਦਾ ਨਾ, ਇਹਾਂ ਉਹਾਂ ਸੱਚ ਹੋਵੇ। ਫਿਰ ਭਾਵੇਂ ਲੋਕ ਹੈ ਤੇ ਭਾਵੇਂ ਪਰਲੋਕ ਹੈ, ਉੱਥੇ ਬਚਨ ਫਿਰ ਅਟਾਲੀ ਹੁੰਦੇ ਨੇ, ਸੱਚੇ ਹੀ ਹੁੰਦੇ ਨੇ। ਉਹਨਾਂ ਬਚਨਾਂ ਨੂੰ ਫਿਰ ਕੋਈ ਮੋੜ ਨਹੀਂ ਸਕਦਾ, ਕੋਈ ਫੇਰ ਨਹੀਂ ਸਕਦਾ,
ਜਿਹੜੇ ਦਾਸ ਬਣ ਗਏ ਉਹਨਾਂ ਦੀ ਜ਼ੁਬਾਨ ਤੇ ਫਿਰ ਉਹ ਆਪ ਵਸ ਜਾਂਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਹਦੀ ਜ਼ੁਬਾਨ ਤੇ ਪ੍ਰਮਾਤਮਾ ਵਸੇਗਾ ਫਿਰ ਉਹਦਾ ਬਚਨ ਲੋਕ ਤੇ ਪਰਲੋਕ ਵਿੱਚ ਮੰਨਿਆ ਜਾਏਗਾ। ਜੇ ਇੱਥੇ ਬੈਠਾ ਵੀ ਕਹਿ ਦੇਗਾ ਨਾ ਵੀ ਜਾ ਤੇਰਾ ਪਰਲੋਕ ਵਿੱਚ ਲੇਖਾ ਨਹੀਂ, ਬਸ ਇੰਨੀ ਗੱਲ ਕਹਿ ਦੇਵੇ, ਉਹਦਾ ਬਚਨ ਇੰਨਾ ਸ਼ਕਤੀਸ਼ਾਲੀ ਹੈ, ਸਾਰੇ ਲੇਖੇ ਉੱਥੋਂ ਦੇ ਆਪਣੇ ਆਪ ਹੀ ਖਤਮ ਹੋ ਜਾਣੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਹ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਤੂੰ ਰੱਬ ਦੇ ਪਿਆਰਿਆਂ ਨੂੰ ਜੀ ਜੀ ਕਹਿ ਕੇ ਸਤਿਕਾਰ ਦੇ ਦੇ, ਤੈਨੂੰ ਧਰਮ ਰਾਜਾ ਤਲਬ ਨਹੀਂ ਕਰ ਸਕਦਾ, ਬੁਲਾ ਨਹੀਂ ਸਕੇਗਾ ਆਪਣੇ ਕੋਲ, ਕਿਉਂਕਿ ਇਹਾਂ ਉਹਾਂ ਸੱਚ ਹੋਵੈ। ਉਹਨਾਂ ਦਾ ਬਚਨ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸੱਚਾ ਹੁੰਦਾ, ਸਫਲਾ ਹੁੰਦਾ। ਇਹ ਰੱਬ ਦੇ ਪਿਆਰਿਆਂ ਦੀ ਪਹੁੰਚ ਹੈ, ਕਿਉਂਕਿ ਉਹ ਦਾਸ ਬਣ ਗਏ ਨੇ ਤੇ ਦਾਸ ਬਣ ਕੇ ਮੁਖੋਂ ਬੋਲਣਗੇ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਵੱਡੀ ਤੋਂ ਵੱਡੀ ਤਾਕਤ, ਵੱਡੇ ਵੱਡੇ ਦੇਸ਼, ਵੱਡੀਆਂ ਵੱਡੀਆਂ ਸਰਕਾਰਾਂ, ਵੱਡੇ ਤੋਂ ਵੱਡਾ ਸ਼ਾਸਤਰ ਉੱਥੇ ਸਭ ਫੇਲ ਹੋ ਜਾਣਗੇ ਜਿੱਥੇ ਕਰਮ ਖੰਡੀਏ ਦੀ ਬਾਣੀ ਨੇ ਬੋਲ ਜਾਣਾ ਹੈ। ਜਿੱਥੇ ਉਹਦੇ ਬਚਨ ਬੋਲ ਜਾਣੇ ਉੱਥੇ ਦੁਨੀਆ ਦੀ ਤਾਕਤ ਖਤਮ ਹੋ ਜਾਏਗੀ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮਾਫ ਕਰਨੀਆਂ। ਜੋ ਸੱਜਣ ਅਸੀਸੜੀਆਂ ਜੋ ਵੈ ਸਾਹਿਬ ਸਿਉ ਮੇਲ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸੱਚ ਹੋਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਉ ਪ੍ਰਤਪਾਲਕ।